ਡੀਅਰ ਸਟੂਡੈਂਟਸ, ਲਾਸਟ ਲੈਕਚਰ ਦੇ ਵਿੱਚ ਅਸੀਂ ਪੋਜੀਸ਼ਨ ਟਾਈਮ ਗ੍ਰਾਫ ਫॉर ਯੂਨੀਫਾਰਮ ਮੋਸ਼ਨ ਕਿਸ ਤਰ੍ਹਾਂ ਪਲਾਟ ਕਰਦੇ ਆ ਉਹਦੇ ਬਾਰੇ ਜਿਹੜਾ ਅਸੀਂ ਸਾਰਾ ਡਿਸਕਸ ਕੀਤਾ ਸੀ ਤੇ ਇੱਕ ਅਸੀਂ ਇਕੁਏਸ਼ਨ ਵੀ ਡਰਾਈਵ ਕੀਤੀ ਸੀ ਜਿਹਦੇ ਵਿੱਚ ਅਸੀਂ ਡਿਫਰੈਂਟ ਟਾਈਮਸ ਨੂੰ ਪੁੱਟ ਕਰਕੇ ਵੱਖਰੇ ਵੱਖਰੇ ਟਾਈਮ ਦੇ ਉੱਤੇ ਜਿਹੜੀ ਬਾਡੀ ਦੀ ਪੋਜੀਸ਼ਨ ਫਾਈਂਡ ਕੀਤੀ। ਉਸ ਤੋਂ ਬਾਅਦ ਅਸੀਂ ਪੋਜੀਸ਼ਨ ਟਾਈਮ ਗ੍ਰਾਫ ਜਿਹੜਾ ਹੈ ਯੂਨੀਫਾਰਮ ਮੋਸ਼ਨ ਦਾ ਪਲਾਟ ਕੀਤਾ। Now today we are going to discuss the importance of position time graph. ਇਸ position time graph ਦਾ ਫਾਇਦਾ ਕੀ ਹੈ ਯੂਨੀਫਾਰਮ ਮੋਸ਼ਨ ਦਾ, ਉਹਦੇ ਬਾਰੇ ਜਿਹੜਾ ਹੈ ਅਸੀਂ ਅੱਜ ਡਿਸਕਸ ਕਰਨ ਜਾ ਰਹੇ ਹਾਂ। Now ਸਭ ਨਾਲੋਂ ਪਹਿਲਾਂ ਤੇ ਅਸੀਂ ਡਿਸਕਸ ਕਰਾਂਗੇ ਕਿ ਪੋਜੀਸ਼ਨ ਟਾਈਮ ਗ੍ਰਾਫ ਦੀ ਜਿਹੜੀ ਸ਼ੇਪ ਕਿਸ ਤਰ੍ਹਾਂ ਦੀ ਸੀ। ਨਾਓ ਇੱਧਰ ਨੂੰ ਟਾਈਮ, ਨਾਓ ਇੱਧਰ ਸਾਡੀ ਜਿਹੜੀ ਸੀਗੀ ਪੋਜੀਸ਼ਨ, ਨਾਓ ਦਿਸ ਇਜ਼ ਦਾ origin। ਪੋਜੀਸ਼ਨ ਟਾਈਮ ਗ੍ਰਾਫ ਦੀ ਜਿਹੜੀ ਹੈ ਸ਼ੇਪ ਉਹ ਡਿਪੈਂਡ ਕਰਦੀ ਹੈ ਸਾਡੀ ਜਿਹੜੀ ਵੈਲੋਸਿਟੀ ਦੀ ਵੈਲਿਊ ਤੇ। ਕੀ ਵੈਲੋਸਿਟੀ ਪੋਜ਼ਿਟਿਵ ਹੈ, ਕੀ ਵੈਲੋਸਿਟੀ ਸਾਡੀ ਨੈਗੇਟਿਵ ਹੈ, ਉਹਦੇ ਅਕੋਰਡਿੰਗ ਜਿਹੜਾ ਹੈ shape ਜਿਹੜੀ depend ਕਰਦੀ ਹੈ। Now if the shape of the position time graph is like this, ਇਹਦਾ ਮਤਲਬ ਹੈ ਕਿ ਸਾਡੇ ਕੋਲ ਜਿਹੜੀ velocity ਦੀ value ਜਿਹੜੀ ਹੈ ਸਾਡੇ ਕੋਲ positive ਹੈ। ਇਹ ਲਾਸਟ ਲੈਕਚਰ ਦੇ ਵਿੱਚ ਅਸੀਂ ਡਿਸਕਸ ਕਰ ਚੁੱਕੇ ਹਾਂ। Now what is this? This is the value of x naught, initial position of the body। ਬੋਡੀ ਪਹਿਲਾਂ ਜਿੱਥੇ ਸੀ ਜਦੋਂ ਅਸੀਂ ਟਾਈਮ ਕਾਊਂਟ ਕੀਤਾ ਉਦੋਂ ਉਹਨੇ ਇੰਨਾ ਡਿਸਟੈਂਸ ਜਿਹੜਾ ਸੀ ਉਹ ਕਵਰ ਕਰ ਲਿਆ। ਇਹਦਾ ਮਤਲਬ ਇੱਥੇ ਸਾਡੇ ਕੋਲ x0 ਵੀ ਸਾਡੇ ਕੋਲ ਜਿਹੜਾ ਹੈ ਪੋਜ਼ਿਟਿਵ ਹੈ। ਜੇਕਰ x0 ਪੋਜ਼ਿਟਿਵ ਹੈ ਤੇ ਇਹਦਾ ਮਤਲਬ ਇੱਥੋਂ ਗ੍ਰਾਫ ਸ਼ੁਰੂ ਕਰ ਲਓ, ਭਾਵੇਂ ਇੱਥੋਂ ਸ਼ੁਰੂ ਕਰ ਲਓ। ਜੇ ਵੈਲੋਸਿਟੀ ਪੋਜ਼ਿਟਿਵ ਹੈ ਤੇ ਇਹਦਾ ਮਤਲਬ ਹੈ ਗ੍ਰਾਫ ਜਿਹੜਾ ਹੈ ਉੱਪਰ ਨੂੰ ਆਏਗਾ ਤੇ ਆਏਗਾ ਹਮੇਸ਼ਾ ਇੰਕਲਾਈਨਡ ਟੁਵਰਡਸ time axis। ਇਹ ਲਾਸਟ ਅਸੀਂ ਡਿਸਕਸ ਕੀਤਾ। Now if the velocity is negative, ਜੇ ਸਾਡੇ ਕੋਲ velocity ਸਾਡੇ ਕੋਲ ਨੈਗੇਟਿਵ ਹੋਵੇ ਤੇ x0 ਦੀ ਵੈਲਿਊ ਸਾਡੇ ਕੋਲ ਪੋਜ਼ਿਟਿਵ ਹੋਵੇ। x0 ਦਾ ਮਤਲਬ ਪੋਜੀਸ਼ਨ ਐਟ ਟਾਈਮ 0। ਉਸ ਟਾਈਮ ਤੇ ਸਾਡੇ ਕੋਲ ਕੀ ਆਏਗਾ, x0 ਪੋਜ਼ਿਟਿਵ ਹੈ। ਸਪੋਜ਼ here is x0, ਇਹ ਸਾਡੀ x0 ਦੀ ਵੈਲਿਊ ਆ ਗਈ ਤੇ ਵੈਲੋਸਿਟੀ ਨੈਗੇਟਿਵ ਹੈ। ਇਹਦਾ ਮਤਲਬ ਹੈ ਕਿ ਗ੍ਰਾਫ ਜਿਹੜਾ ਹੈ ਉਹ ਨੀਚੇ ਨੂੰ ਆਏਗਾ, ਉਹਦੀ ਜਿਹੜੀ ਹੈ ਵੈਲੋਸਿਟੀ ਘਟਣ ਕਰਕੇ ਉਹਦੀ ਪੋਜੀਸ਼ਨ ਘਟਦੀ ਜਾਏਗੀ। ਨਾਓ this is a graph for position time graph when velocity is negative and x0 is positive। ਇਹ ਗ੍ਰਾਫ ਮੈਂ ਲਾਸਟ ਲੈਕਚਰ ਦੇ ਵਿੱਚ ਵੈਲਿਊ ਨੂੰ ਚੂਜ਼ ਕਰਕੇ ਅਸੀਂ ਪਲਾਟ ਕੀਤੇ ਸੀ। ਇਹ ਲੈਕਚਰ ਤਾਂ ਕਲੀਅਰ ਹੋਏਗਾ ਜੇ ਇਸ ਤੋਂ ਪਹਿਲਾ ਲੈਕਚਰ ਜਿਹੜਾ ਹੈਗਾ ਸਾਡਾ ਪੋਜੀਸ਼ਨ ਟਾਈਮ ਗ੍ਰਾਫ ਵਾਲਾ ਉਹਨੂੰ ਅੱਛੇ ਤਰੀਕੇ ਨਾਲ ਜਿਹੜਾ ਸਮਝਿਆ ਜਾਵੇ। ਨਾਓ ਇਨ ਕੇਸ ਸਾਡੇ ਕੋਲ ਕੀ ਹੈ, ਵੈਲੋਸਿਟੀ ਸਾਡੇ ਕੋਲ ਪੋਜ਼ਿਟਿਵ ਤੇ x0 ਸਾਡੇ ਕੋਲ ਹੈ ਨੈਗੇਟਿਵ, then what will be the shape? Now please tell। x0 ਨੈਗੇਟਿਵ, x0 ਨੈਗੇਟਿਵ ਕਿੱਧਰ ਹੋਏਗਾ, ਇਹ ਸਾਡੀ ਪੋਜੀਸ਼ਨ ਹੈ ਤੇ ਨੈਗੇਟਿਵ ਦਾ ਮਤਲਬ ਹੈ ਸਾਡੇ ਕੋਲ ਇੱਥੇ ਕ ਲਗਾ ਲਓ, this will be your negative position। ਤੇ ਵੈਲੋਸਿਟੀ ਪੋਜ਼ਿਟਿਵ ਹੈ, ਵੈਲੋਸਿਟੀ ਪੋਜ਼ਿਟਿਵ ਦਾ ਮਤਲਬ ਹੈ ਕਿ ਗ੍ਰਾਫ will be like this। ਉਹਦੀ ਪੋਜੀਸ਼ਨ ਜਿਹੜੀ ਹੈ ਉਹ ਘਰੋਂ ਜਿਹੜੀ ਹੈ ਉਹ ਵਾਪਸ ਜਿਹੜਾ ਦੂਰ ਜਾਂਦਾ ਜਾਏਗਾ, ਪੋਜੀਸ਼ਨ ਉਹਦੀ ਵੱਧਦੀ ਜਾਏਗੀ। this is the graph when velocity positive ਤੇ x0 ਜਿਹੜਾ ਹੈ ਸਾਡੇ ਕੋਲ ਨੈਗੇਟਿਵ। ਜਿਹੜੀ ਆ ਇਕੁਏਸ਼ਨ ਤੁਸੀਂ ਯਾਦ ਕੀਤੀ ਹੈ, ਮੈਂ ਪਿਛਲੇ ਲੈਕਚਰ 'ਚ ਕਹੀ ਸੀ ਕਿ ਆ ਜਿਹੜੀ ਵੈਲਿਊ ਹੈ ਇਸ ਇਕੁਏਸ਼ਨ ਨੂੰ ਯਾਦ ਕਰੋ। ਇਹਦੇ ਵਿੱਚ ਜਿਹੜੀ ਵੈਲਿਊ ਮਰਜ਼ੀ ਚੂਜ਼ ਕਰੋ, ਇੱਥੇ ਨੈਗੇਟਿਵ ਵੈਲਿਊ ਮੰਨ ਲਓ -10, ਜੋ ਮਰਜ਼ੀ ਮੰਨ ਲਓ, ਵੈਲੋਸਿਟੀ ਫਿਕਸ ਰੱਖੋ ਯੂਨੀਫਾਰਮ ਤੇ ਟਾਈਮ ਪੁੱਟ ਕਰ ਕਰਕੇ ਤੁਸੀਂ ਦੇਖੋਗੇ ਇਸ ਤਰ੍ਹਾਂ ਦਾ ਗ੍ਰਾਫ ਆਏਗਾ। ਜੇਕਰ x0 ਨੈਗੇਟਿਵ ਹੋਏਗਾ ਤੇ ਵੈਲੋਸਿਟੀ ਸਾਡੀ ਜਿਹੜੀ ਹੈ ਪੋਜ਼ਿਟਿਵ ਹੋਏਗੀ। ਨਾਓ ਇਨ ਕੇਸ ਸਾਡੇ ਕੋਲ ਇੱਕ ਹੋਰ ਕੇਸ ਹੈ, ਵੈਲੋਸਿਟੀ ਵੀ ਨੈਗੇਟਿਵ ਤੇ ਸਾਡੀ ਜਿਹੜੀ ਪੋਜੀਸ਼ਨ ਹੈ ਉਹ ਵੀ ਸਾਡੀ ਨੈਗੇਟਿਵ ਹੋਵੇ, then what will be the shape of the graph? Now here is 0,
here is the position, here is time. Now x is negative. Now suppose here is the negative position. Velocity भी negative है. Velocity negative ਦਾ मतलब ਸਾਡੇ ਕੋਲ ਜਿਹੜਾ ਹੈ graph will be like this. graph ਆਏਗਾ ਸਾਡਾ ਨੀਚੇ ਨੂੰ ਚਲਾ ਜਾਏਗਾ. ਇਹਦਾ ਮਤਲਬ ਅਸੀਂ ਪੋਜੀਸ਼ਨ ਟਾਈਮ ਗ੍ਰਾਫ ਦੀ ਜਿਹੜੀ ਹੈ ਡਿਫਰੈਂਟ ਸ਼ੇਪਸ ਅਸੀਂ ਡਰਾ ਕਰ ਸਕਦੇ ਹਾਂ. ਪਹਿਲੀ ਗੱਲ ਸਾਨੂੰ ਨੋਟ ਕਰਨੀ ਪਏਗੀ x0 ਕਿਸ ਤਰ੍ਹਾਂ ਦਾ ਹੈ ਤੇ ਵੈਲੋਸਿਟੀ ਕਿਸ ਤਰ੍ਹਾਂ ਦੀ ਹੈ. ਜਿਸ ਤਰ੍ਹਾਂ ਦਾ ਮਰਜ਼ੀ ਅਸੀਂ ਗ੍ਰਾਫ ਜਿਹੜਾ ਹੈ ਪਲਾਟ ਕਰ ਸਕਦੇ ਹਾਂ. ਪਹਿਲੀ ਗੱਲ ਤੇ ਯਾਦ ਰੱਖਣੀ ਹੈ, ਜੇ ਵੈਲੋਸਿਟੀ ਪੋਜ਼ਿਟਿਵ ਹੈ ਤੇ ਉੱਪਰ ਨੂੰ ਜਾਣਾ ਹੈ ਤੇ ਜੇ ਵੈਲੋਸਿਟੀ ਨੀਚੇ ਹੈ ਤੇ ਸਾਡਾ ਗ੍ਰਾਫ ਜਿਹੜਾ ਆਏਗਾ ਨੀਚੇ ਨੂੰ ਆਏਗਾ. ਨਾਓ ਇਸ ਲਾਈਨ ਦਾ ਕੀ ਮਤਲਬ ਹੈ, ਪੋਜ਼ਿਟਿਵ ਸਲੋਪ ਕਿਹਨੂੰ ਕਹਿੰਦੇ ਆ, ਨੈਗੇਟਿਵ ਸਲੋਪ ਕਿਹਨੂੰ ਕਹਿੰਦੇ ਆ, ਆਓ ਇਹਦੇ ਬਾਰੇ ਜਿਹੜਾ ਅਸੀਂ ਡਿਸਕਸ ਕਰਦੇ ਹਾਂ. ਨਾਓ ਦਿਸ ਇਜ਼ ਦਾ different shape of the position time graph, and this is the formula to calculate the position of the body at different interval of time. Now ਹੁਣ ਅਸੀਂ ਇਹਦੀ ਇੰਪੋਰਟੈਂਸ ਦੇਖਣ ਲੱਗੇ ਹਾਂ. ਇਹਨੂੰ ਜਿਹੜਾ ਧਿਆਨ ਨਾਲ ਸਮਝਿਓ. suppose this is the position time graph of the body at any time. यूनिफॉर्म मोशन है, ਇਹ याद कर लो. सिर्फ ਤੇ सिर्फ मैं यूनिफॉर्म वेलोसिटी ਦੀ ਗੱਲ ਕਰ ਰਿਹਾ. बॉडी स्ट्रेट लाइन ਚ ਜਾ ਰਹੀ ਹੈ ਤੇ वेलोसिटी ਦੇ ਉੱਤੇ ਫਰਕ ਬਿਲਕੁਲ ਵੀ ਨਹੀਂ ਪੈ ਰਿਹਾ. Now this is the position time graph for uniform motion. ਅਸੀਂ ਕੀ ਕਰਦੇ ਹਾਂ, suppose ਇਹਦੇ ਉੱਤੇ ਅਸੀਂ 2 ਪੁਆਇੰਟ ਲੈ ਲਏ ਗ੍ਰਾਫ ਉੱਪਰ. ਟੇਕ ਐਨੀ 2 ਪੁਆਇੰਟਸ ਔਨ ਦੀ ਗ੍ਰਾਫ. ਜਿੱਥੇ ਮਰਜੀ ਅਸੀਂ ਜਿਹੜੇ 2 ਪੁਆਇੰਟਸ ਅਸੀਂ ਗ੍ਰਾਫ ਉੱਪਰ ਲੈ ਲਏ. ਨਾਓ ਇਥੋਂ ਇੱਕ ਪਰਪੈਂਡੀਕੂਲਰ ਡਰਾ ਕਰ ਦਿੱਤਾ ਜਿਹਦਾ ਨਾਮ ਅਸੀਂ ਰੱਖ ਦਿੱਤਾ AA ਡੈਸ਼. ਇੱਕ ਪਰਪੈਂਡੀਕੂਲਰ ਡਰਾ ਕੀਤਾ ਔਨ ਟਾਈਮ ਐਕਸਿਸ AA ਡੈਸ਼. ਇੱਕ ਪਰਪੈਂਡੀਕੂਲਰ ਅਸੀਂ B ਤੋਂ ਪਲਾਟ ਕਰ ਦਿੱਤਾ ਜਿਹਦਾ ਨਾਮ ਅਸੀਂ ਰੱਖ ਦਿੱਤਾ ਹੈ B ਡੈਸ਼. ਇੱਕ ਪਰਪੈਂਡੀਕੂਲਰ AA ਡੈਸ਼, ਇੱਕ ਪਰਪੈਂਡੀਕੂਲਰ ਸਾਡੇ ਕੋਲ ਆ ਗਿਆ BB ਡੈਸ਼. ਨਾਓ O ਤੋਂ ਲੈ ਕੇ A ਡੈਸ਼ ਤੱਕ, OA ਡੈਸ਼, ਇਹ ਸਾਡੀ ਕਾਦੀ ਵੈਲਿਊ ਦੱਸੇਗਾ, ਇਹ ਸਾਨੂੰ ਟਾਈਮ ਬਾਰੇ ਦੱਸੇਗਾ. ਮੰਨ ਲਓ O ਤੋਂ A ਡੈਸ਼ ਜਿਹੜਾ ਟਾਈਮ ਲੱਗਾ T1. Now what is OB dash? ਇਹ ਸਾਨੂੰ ਕਾਦੀ ਵੈਲਿਊ ਦੇਗਾ, it will give you the value of the time at position B dash. ਜਿਉਂ-ਜਿਉਂ ਅਸੀਂ ਇੱਧਰ ਜਾਵਾਂਗੇ ਟਾਈਮ ਜਿਹੜਾ ਹੈ ਵੱਧਦਾ ਜਾਏਗਾ. ਜਦੋਂ ਅਸੀਂ A ਤੇ ਸੀ, ਜਦੋਂ ਅਸੀਂ A ਤੇ ਪਹੁੰਚੇ ਪੋਜੀਸ਼ਨ ਚੇਂਜ ਹੋ ਰਹੀ ਹੈ. A ਤੇ ਕਿੰਨਾ ਟਾਈਮ ਹੈ T1. ਇਹਦਾ ਮਤਲਬ T1 ਟਾਈਮ ਬਾਅਦ ਅਸੀਂ ਪੋਜੀਸ਼ਨ A ਤੇ ਆ ਤੇ T2 ਟਾਈਮ ਬਾਅਦ ਅਸੀਂ ਕਿਹੜੀ ਪੋਜੀਸ਼ਨ ਤੇ ਹੈਗੇ ਆ, ਅਸੀਂ B ਪੋਜੀਸ਼ਨ ਤੇ. ਨਾਓ ਇਸ ਤੋਂ ਬਾਅਦ ਕੀ ਕੀਤਾ, ਇੱਕ ਪਰਪੈਂਡੀਕੂਲਰ ਇਧਰ ਨੂੰ ਵੀ ਡਰਾ ਕਰਤਾ A ਡਬਲ ਡੈਸ਼. ਇੱਕ ਪਰਪੈਂਡੀਕੂਲਰ ਅਸੀਂ ਜਿਹੜਾ ਹੈ B ਤੋਂ ਇਧਰ ਪਰਪੈਂਡੀਕੂਲਰ ਡਰਾ ਕਰਤਾ. this will be your B ਡਬਲ ਡੈਸ਼. ਅਸੀਂ 4 ਪਰਪੈਂਡੀਕੂਲਰ ਡਰਾ ਕੀਤੇ ਨੇ ਹਲੇ, 2 ਟਾਈਮ ਐਕਸਿਸ ਤੇ 2 ਜਿਹੜਾ ਹੈ ਸਾਡੀ ਪੋਜੀਸ਼ਨ ਐਕਸਿਸ ਉੱਪਰ ਅਸੀਂ ਡਰਾ ਕਰ ਦਿੱਤੇ. ਨਾਓ ਪਲੀਜ਼ ਟੈਲ what is the value of OA ਡਬਲ ਡੈਸ਼. ਇਹ ਸਾਨੂੰ ਕਾਦੀ ਵੈਲਿਊ ਦੇਗਾ, ਪੋਜੀਸ਼ਨ ਦੀ. ਮੰਨ ਲਓ ਵੀ ਇੱਥੋਂ ਤੱਕ ਪੋਜੀਸ਼ਨ ਸੀਗੀ x1. ਫਿਰ ਦੇਖੋ ਜਦੋਂ ਟਾਈਮ T1 ਸੀ, ਬੋਡੀ ਸਾਡੀ A ਪੁਆਇੰਟ ਤੇ, ਉਸ ਟਾਈਮ ਦੇ ਉੱਤੇ ਉਹਨੇ ਕਿੰਨਾ ਡਿਸਟੈਂਸ ਜਾਂ ਡਿਸਪਲੇਸਮੈਂਟ ਕਵਰ ਕੀਤਾ, that is your x1. ਜਦੋਂ ਬੋਡੀ B ਤੇ ਪਹੁੰਚੀ ਉਦੋਂ ਟਾਈਮ ਲੱਗਾ ਸਾਡੇ ਕੋਲ T2 ਤੇ ਜਦੋਂ ਬੋਡੀ B ਤੇ ਪਹੁੰਚੀ ਤੇ ਉਹਦੀ ਜਿਹੜੀ ਹੈ डिस्प्लेसमेंट ਜਿਹੜੀ ਹੈ it is x2. ਇਹ ਸਾਡੀ ਜਿਹੜੀ ਹੈ x2 ਉਹਦੀ ਡਿਸਪਲੇਸਮੈਂਟ ਹੈ. ਨਾਓ ਇੱਕ ਪਰਪੈਂਡੀਕੂਲਰ ਮੈਂ ਇੱਥੇ ਵੀ ਡਰਾ ਕਰ ਦੇਣਾ ਹੈ AC. ਆ ਜਿਹੜੇ 2 ਪਰਪੈਂਡੀਕੂਲਰ ਹੈ ਇਹਦੇ ਉੱਤੇ ਇੱਕ ਪਰਪੈਂਡੀਕੂਲਰ ਮੈਂ ਆਪਣੇ ਆਪ ਹੋਰ ਡਰਾ ਕਰ ਦਿੱਤਾ. ਟੋਟਲ ਜਿਹੜੇ ਹੋ ਗਏ ਸਾਡੇ ਕੋਲ 5 ਪਰਪੈਂਡੀਕੂਲਰਸ ਨੇ. ਨਾਓ ਵਾਟ ਇਜ਼ ਦਾ ਵੈਲਿਊ ਆਫ, ਪਹਿਲਾਂ ਤਾਂ ਅਸੀਂ ਇੱਥੇ ਸਾਰੀਆਂ ਵੈਲਿਊ ਲਿਖਾਂਗੇ. What is OA dash? It is T1. What is OB dash? It is equal to T2. Now please tell
what is the value of a dash b dash ਆ t1 इथों लैके इस तक t2 then what is the a dash b dash a dash ਤੇ b dash ਦੀ ਵੈਲਿਊ ਕਿੰਨੀ ਹੋਏਗੀ it will be equal to t2 ਦੇ ਵਿੱਚੋਂ ਅਸੀਂ ਜਿਹੜਾ ਹੈ t1 ਨੂੰ ਮਾਈਨਸ ਕਰ ਦਾਂਗੇ now this is the value of a dash b dash now ਜੇ a dash b dash t2 minus t1 ਹੈ ਤੇ ਆ ਦੇਖੋ ਇੱਕ ਰੈਕਟੈਂਗਲ ਬਣਦੀ ਪਈ ਹੈ a dash b dash c ਆ ਰੈਕਟੈਂਗਲ ਹੈ ਤੇ ਰੈਕਟੈਂਗਲ ਦੀਆਂ ਆਪੋਜ਼ਿਟ ਸਾਈਡਸ ਇਕੁਅਲ ਹੁੰਦੀਆਂ ਇਹਦਾ ਮਤਲਬ ਸਾਡੇ ਕੋਲ ਜਿਹੜਾ ਹੈ AC ਦੀ ਜਿਹੜੀ ਵੈਲਿਊ ਹੈ ਉਹ ਵੀ ਸਾਡੇ ਕੋਲ ਆ ਜਾਏਗੀ t2 ਮਾਈਨਸ ਆ ਜਾਏਗਾ ਸਾਡੇ ਕੋਲ t1 ਆ ਜਾਏਗਾ ਨਾਓ ਇਸ ਤੱਕ ਸਾਨੂੰ ਕਲੀਅਰ ਹੋ ਗਿਆ AC ਦੀ ਵੈਲਿਊ ਅਸੀਂ ਫਾਈਂਡ ਕਰ ਲਈ ਨਾਓ ਵਾਟ ਇਜ਼ OA ਡਬਲ ਡੈਸ਼ OA ਡਬਲ ਡੈਸ਼ ਕਿੰਨਾ ਹੈ x1 ਤੇ ਆ ਵੀ ਇੱਕ ਰੈਕਟੈਂਗਲ ਬਣਦੀ ਵੀ ਹੈ ਦੇਖੋ ਜੇ ਆ ਵੈਲਿਊ x1 ਹੈ ਤੇ ਇਹਦਾ ਮਤਲਬ ਸਾਡੀ ਇਹਦੀ ਵੈਲਿਊ ਵੀ ਸਾਡੀ ਕਿੰਨੀ ਹੋਗੀ x1 ਨਾਓ what is the value of CB dash it is equal to x1 CB dash ਸਾਡਾ x1 ਦੇ equal what is the value of BB dash it is equal to x2 now what is the value of BB dash it is equal to x2 can you tell what is BC BC ਦੀ ਵੈਲਿਊ ਕਿੰਨੀ ਹੋਏਗੀ BC ਇਹ ਟੋਟਲ ਵਿੱਚੋਂ ਜੇ ਇਹਨਾਂ ਮਾਈਨਸ ਕਰ ਦਈਏ ਟੋਟਲ ਵਿੱਚੋਂ ਇਹਨਾਂ ਮਾਈਨਸ ਕਰ ਦੋਗੇ ਤਾਂ ਸਾਡੇ ਕੋਲ ਆ ਬਚੇਗਾ ਟੋਟਲ ਕਿੰਨਾ ਹੈ x2 ਵਿੱਚੋਂ ਅਸੀਂ ਇਹਨੂੰ ਮਾਈਨਸ ਕਰ ਦਾਂਗੇ x1 ਨਾਓ ਇਟ ਵਿਲ ਬੀ ਇਕੁਅਲ ਟੂ x2 ਮਾਈਨਸ x1 ਮੈਂ ਇੱਥੇ ਵੈਕਟਰ ਵਗੈਰਾ ਨਹੀਂ ਪਾ ਰਿਹਾ ਕਿਉਂਕਿ ਬਾਡੀ ਜਿਹੜੀ ਹੈ ਸਟ੍ਰੇਟ ਲਾਈਨ 'ਚ ਮੂਵ ਕਰ ਰਹੀ ਹੈ ਉੱਥੇ ਸਾਡੇ ਕੋਲ ਡਿਸਟੈਂਸ ਤੇ ਡਿਸਪਲੇਸਮੈਂਟ ਜਿਹੜੇ ਨੇ ਉਹ ਸੇਮ ਆਣਗੇ ਨਾਓ BC ਦੀ ਵੈਲਿਊ ਸਾਡੇ ਕੋਲ ਆ ਗਈ x2 minus x1 ਇਹ ਅਸੀਂ ਵੈਲਿਊ ਫਾਈਂਡ ਕਰ ਲਈ ਆਪਾਂ ਇੱਥੇ ਲਿਖ ਦਾਂਗੇ it is t2 minus t1 ਇਹ ਵੈਲਿਊ ਆ ਗਈ now this is x2 minus x1 this is the value of BC now suppose this is the value of angle theta ਆ ਜਿਹੜਾ ਐਂਗਲ ਬਣਦਾ ਪਿਆ ਇਸ ਰਾਈਟ ਐਂਗਲ ਟ੍ਰਾਇੰਗਲ ਦੇਖੋ ACB ਇਹਦੇ ਵਿੱਚ ਇੱਕ ਐਂਗਲ ਨੂੰ ਅਸੀਂ ਮੰਨ ਲਿਆ ਥੀਟਾ ਐਂਗਲ ਮੰਨ ਲਿਆ ਨਾਓ ਮੈਂ ਇਥੋਂ ਰੱਬ ਕਰਨ ਲੱਗਾ ਹੁਣ ਇਫ ਆਈ ਡਿਵਾਈਡ ਪਰਪੈਂਡੀਕੂਲਰ ਨੂੰ ਅਸੀਂ ਆ ਸਾਡਾ ਪਰਪੈਂਡੀਕੂਲਰ ਹੈ ਆ ਸਾਡਾ ਬੇਸ ਹੈ ਜੇ ਅਸੀਂ ਪਰਪੈਂਡੀਕੂਲਰ ਨੂੰ ਬੇਸ ਦੇ ਨਾਲ ਡਿਵਾਈਡ ਕਰੀਏ ਤੇ ਪਰਪੈਂਡੀਕੂਲਰ ਓਵਰ ਬੇਸ ਸਾਨੂੰ ਪਤਾ ਹੈ it is equal to tan theta ਇਥੋਂ ਅਸੀਂ ਕੀ ਨਿਕਾਲਦੇ ਆ ਇਸ ਰਾਈਟ ਐਂਗਲ ਟ੍ਰਾਇੰਗਲ ਚ ਇਨ ਰਾਈਟ ਐਂਗਲ ਟ੍ਰਾਇੰਗਲ ਦੇ ਵਿੱਚ ਕੀ ਹੈ ਕਿਹੜੀ ਰਾਈਟ ਐਂਗਲ ਟ੍ਰਾਇੰਗਲ ਹੈ ਸਾਡੇ ਕੋਲ ACB ਇਹਦੇ ਵਿੱਚੋਂ ਅਸੀਂ ਜਿਹੜਾ ਹੈ ਵੈਲਿਊ ਨਿਕਾਲਣ ਲੱਗੇ ਹਾਂ tan theta ਦੀ ਇਨ ਰਾਈਟ ਐਂਗਲ ਟ੍ਰਾਇੰਗਲ ABC tan theta equal to tan theta ਦਾ ਫਾਰਮੂਲਾ perpendicular over base equal to now which is perpendicular angle ਦੇ ਸਾਹਮਣੀ ਸਾਈਡ ਜਿਹੜੀ ਹੁੰਦੀ ਹੈ that is perpendicular now BC ਸਾਡੇ ਕੋਲ ਆ ਜਾਏਗਾ BC divided by ਨੀਚੇ ਸਾਡੇ ਕੋਲ ਆ ਜਾਏਗਾ A ਤੇ C BC ਨੂੰ ਅਸੀਂ AC ਦੇ ਨਾਲ ਡਿਵਾਈਡ ਕਰ ਦਿੱਤਾ now it is equal to what is BC it is x2 minus x1 and what is AC it is equal to t2 minus t1 ਇਹ ਸਾਡੀ ਵੈਲਿਊ ਆ ਰਹੀ ਹੈ tan theta ਦੀ tan theta equal to x2 minus x1 over t2 minus t1 now what is x2 minus x1 ਫਾਈਨਲ ਪੋਜੀਸ਼ਨ ਦੇ ਵਿੱਚੋਂ ਇਨੀਸ਼ੀਅਲ ਪੋਜੀਸ਼ਨ ਅਸੀਂ ਮਾਈਨਸ ਕਰਤੀ now this is the displacement ਇਹ ਜਿਹੜੀ ਹੈਗੀ ਆ displacement ਆ ਗਈ now what is this is the time taken ਨੀਚੇ ਆ ਗਿਆ ਸਾਡਾ time taken ਹੁਣ ਆ ਦੱਸੋ ਇਹ displacement ਕਿਹੜੀ ਹੈ A ਤੋਂ B ਤੱਕ ਜਾਂਦਿਆਂ ਜਿਹੜੀ displacement ਹੋਈ ਉਹਨੂੰ ਕਵਰ ਕਰਨ ਦਾ ਜਿੰਨਾ ਟਾਈਮ ਲੱਗਾ ਇਹ ਟਾਈਮ ਹੈ
ਇਸ ਡਿਸਪਲੇਸਮੈਂਟ ਦੇ ਲਈ ਆ ਟਾਈਮ ਹੈ O ਤੋਂ A ਲਈ, ਆ ਟਾਈਮ ਹੈਗਾ ਸਾਡਾ B ਤੱਕ ਟਾਈਮ, ਤੇ A ਤੋਂ B ਜਿਹੜੀ ਡਿਸਪਲੇਸਮੈਂਟ ਹੋਈ ਹੈ ਸਾਡੀ x2 x1, ਤੇ ਇਹਨੂੰ ਕਵਰ ਕਰਨ ਚ ਜਿਹੜਾ ਟਾਈਮ ਲੱਗਾ t2 t1. ਨਾਓ ਇਟ ਇਜ਼ ਡਿਸਪਲੇਸਮੈਂਟ ਓਵਰ ਟਾਈਮ ਟੇਕਨ, ਐਂਡ ਡਿਸਪਲੇਸਮੈਂਟ ਓਵਰ ਟਾਈਮ ਟੇਕਨ ਜਿਹੜਾ ਹੈ ਸਾਨੂੰ ਪਤਾ ਹੈ ਇਟ ਇਜ਼ ਇਕੁਅਲ ਟੂ velocity. ਇਟ ਇਜ਼ ਇਕੁਅਲ ਟੂ velocity. ਇਟ ਮੀਨਸ ਸਾਡੇ ਕੋਲ ਕੀ ਆ ਗਿਆ ਕਿ ਜਿਹੜਾ ਗ੍ਰਾਫ ਹੈ, ਗ੍ਰਾਫ ਦਾ ਜਿਹੜਾ ਸਲੋਪ ਹੈ, ਗ੍ਰਾਫ ਦਾ ਸਲੋਪ tan θ ਨੂੰ ਅਸੀਂ ਬੋਲਦੇ ਹਾਂ ਸਲੋਪ, ਗ੍ਰਾਫ ਦਾ ਜਿਹੜਾ ਸਲੋਪ ਹੈ it gives us velocity. This is the importance of position time graph. ਇਹਦਾ ਮਤਲਬ ਜੇ ਸਾਨੂੰ ਪੋਜੀਸ਼ਨ ਟਾਈਮ ਗ੍ਰਾਫ ਗਿਵਨ ਹੈ, ਉਸ ਪੋਜੀਸ਼ਨ ਟਾਈਮ ਗ੍ਰਾਫ ਦਾ ਅਸੀਂ ਸਲੋਪ ਨਿਕਾਲਾਂਗੇ, ਤੇ ਸਲੋਪ ਸਾਨੂੰ ਜਿਹੜਾ ਹੈ ਉਹ ਵੈਲੋਸਿਟੀ ਬਾਰੇ ਜਿਹੜਾ ਹੈ ਉਹ ਦੱਸੇਗਾ. ਸਲੋਪ ਕਾਹਦੇ ਨਾਲ ਨਿਕਾਲਦੇ ਹਾਂ? ਸਲੋਪ ਨੂੰ ਨਿਕਾਲਣ ਦਾ ਜਿਹੜਾ ਸਾਡਾ ਫਾਰਮੂਲਾ ਹੁੰਦਾ ਹੈ that is tan θ, ਕਿਉਂਕਿ ਜਦੋਂ ਪਰਪੈਂਡੀਕੂਲਰ ਨੂੰ ਬੇਸ ਨਾਲ ਡਿਵਾਈਡ ਕਰੋਗੇ ਇਹ ਸਾਡਾ ਜਿਹੜਾ ਹੈ ਸਲੋਪ ਜਿਹੜਾ ਆਏਗਾ ਉਹ ਸਾਨੂੰ ਜਿਹੜਾ ਦੱਸਦਾ ਹੈ velocity. It means what is the importance of position time graph for uniform motion? ਕੀ ਆंसर आएगा? The slope of the graph will gives us the value of velocity of uniform motion. Slope of the graph gives us the velocity. Now you can note down on the copy also. ਇਹਦਾ ਮਤਲਬ ਕੀ ਹੋਇਆ? ਇਹ ਸਾਰੀ ਡਿਸਕਸ਼ਨ ਤੋਂ ਸਾਨੂੰ ਇੱਕ ਚੀਜ਼ ਜਿਹੜੀ ਹੈ ਉਹ ਕਲੀਅਰ ਹੋ ਗਈ. ਨਾਓ ਪਲੀਜ਼ ਮੰਨ ਲਓ ਮੈਂ ਇੱਕ ਪਿੱਛੇ ਜਿਹੜਾ ਲੈਕਚਰ ਅਸੀਂ ਡਿਸਕਸ ਕੀਤਾ ਹੈ ਲਾਸਟ ਲੈਕਚਰ, ਉਹਦੇ ਵਿੱਚ ਇੱਕ ਮੈਂ ਪੋਜੀਸ਼ਨ ਟਾਈਮ ਗ੍ਰਾਫ ਪਲਾਟ ਕੀਤਾ ਸੀ. ਉਹ ਵਾਲਾ ਪੋਜੀਸ਼ਨ ਟਾਈਮ ਗ੍ਰਾਫ ਜਿਹੜਾ ਹੈ ਮੈਂ ਦੁਬਾਰਾ ਪਲਾਟ ਕਰ ਰਿਹਾ. ਨਾਓ ਹੇਅਰ ਇਜ਼ 0, ਇੱਥੇ ਸਾਡੇ ਕੋਲ ਸੀਗਾ 10, ਤੇ ਇੱਥੇ ਸਾਡੇ ਕੋਲ 1 ਸੈਕਿੰਡ, ਇੱਥੇ 2, ਇੱਥੇ 3, ਇੱਥੇ 4. ਇਸ ਤਰ੍ਹਾਂ ਜਿਹੜੀ ਹੈ ਅਸੀਂ ਇੱਕ ਗ੍ਰਾਫ ਪਲਾਟ ਕੀਤਾ ਸੀ ਇਹਦਾ. 2 ਦੇ ਉੱਤੇ 10 ਦੇ ਉੱਤੇ 12, 2 ਦੇ ਉੱਪਰ 14 ਪੋਜੀਸ਼ਨ, 3 ਦੇ ਉੱਤੇ ਸਾਡੇ ਕੋਲ ਜਿਹੜੀ ਹੈਗੀ ਆ 16, ਤੇ ਇਸੇ ਤਰੀਕੇ ਨਾਲ ਜਿਹੜਾ ਹੈ 4 ਟਾਈਮ ਜਿਹੜਾ ਸੈਕਿੰਡ ਟਾਈਮ ਹੋ ਗਿਆ ਸੀ ਸਾਡੇ ਕੋਲ 4 ਸੈਕਿੰਡ, ਉੱਥੇ ਸਾਡੇ ਕੋਲ ਜਿਹੜੀ ਹੈ ਪੋਜੀਸ਼ਨ ਆ ਰਹੀ ਹੈ 18. ਇਹ ਲਾਸਟ ਲੈਕਚਰ ਵਿੱਚ ਮੈਂ ਇੱਕ ਗ੍ਰਾਫ ਪਲਾਟ ਕੀਤਾ ਸੀ ਇਸ ਤਰ੍ਹਾਂ ਦਾ. ਨਾਓ ਇਸ ਗ੍ਰਾਫ ਤੋਂ ਸਾਨੂੰ ਪਤਾ ਲੱਗ ਰਿਹਾ ਹੈ ਕਿ 1 ਸੈਕਿੰਡ ਬਾਅਦ ਬਾਡੀ ਕਿੱਥੇ ਹੈ? ਉਹ 12 ਮੀਟਰ ਦੂਰ ਹੈ ਫਰੋਮ ਦਾ origin. ਇਹ ਸਾਡੀ ਪੋਜੀਸ਼ਨ ਹੈ ਮੀਟਰ ਚ, ਤੇ ਟਾਈਮ ਸਾਡਾ ਹੈਗਾ ਸੈਕਿੰਡ ਚ. 1 ਸੈਕਿੰਡ ਬਾਅਦ ਬਾਡੀ 12 ਮੀਟਰ ਤੇ ਹੈ, 2 ਸੈਕਿੰਡ ਬਾਅਦ 14 ਤੇ, 3 ਸੈਕਿੰਡ ਬਾਅਦ ਉਹਦੀ ਪੋਜੀਸ਼ਨ 16 ਮੀਟਰ ਐਂਡ ਸੋ ਔਨ. ਕੁਐਸਚਨ ਹੈ ਇਸ ਗ੍ਰਾਫ ਤੋਂ ਤੁਸੀਂ ਜਿਹੜਾ ਹੈ ਯੂਨੀਫਾਰਮ ਵੈਲੋਸਿਟੀ ਜਿਹੜੀ ਹੈ ਫਾਈਂਡ ਆਊਟ ਕਰਨੀ ਹੈ. ਇਹ ਗ੍ਰਾਫ ਤੁਹਾਨੂੰ ਪੇਪਰ ਵਿੱਚ ਗਿਵਨ ਹੋਏਗਾ. ਇਸ ਗ੍ਰਾਫ ਤੋਂ ਮੈਨੂੰ ਵੈਲੋਸਿਟੀ ਫਾਈਂਡ ਆਊਟ ਕਰਕੇ ਦੱਸੋ ਉਹ ਕਿਸ ਤਰ੍ਹਾਂ ਫਾਈਂਡ ਕਰਨੀ ਹੈ. ਹੁਣੇ ਅਸੀਂ ਡਿਸਕਸ ਕੀਤਾ ਕਿ ਜੇਕਰ ਪੋਜੀਸ਼ਨ ਤੇ ਟਾਈਮ ਗ੍ਰਾਫ ਹੋਵੇ ਉਹਦਾ ਸਲੋਪ ਨਿਕਾਲੋ. ਸਲੋਪ ਸਾਨੂੰ ਜਿਹੜਾ ਹੈ ਵੈਲੋਸਿਟੀ ਬਾਰੇ ਦੱਸੇਗਾ, ਤੇ ਸਲੋਪ ਕਿਹਦੇ ਨਾਲ ਨਿਕਾਲਣਾ ਹੈ? tan θ ਤੋਂ. ਅਸੀਂ ਕੀ ਕੀਤਾ, ਜਿੱਥੇ ਮਰਜ਼ੀ 2 ਪੁਆਇੰਟ ਲੈ ਲਓ. ਇੱਥੇ A ਲੈ ਲਿਆ, ਮੰਨ ਲਓ ਇੱਥੇ ਮੈਂ B ਲੈ ਲਿਆ. ਜਿੱਥੇ ਮਰਜ਼ੀ 2 ਪੁਆਇੰਟ ਲੈਣੇ ਆ, ਲੇਕਿਨ ਲੈਣੇ ਉੱਥੇ ਜਿੱਥੇ ਸਾਨੂੰ ਵੈਲਿਊ ਗਿਵਨ ਹੋਏਗੀ. ਮੈਂ ਆ 2 ਲੈ ਸਕਦਾ ਸੀ, ਆ ਵੀ 2 ਲੈ ਸਕਦਾ ਹੈ, ਆ ਵੀ 2, ਜਿਹੜੇ ਮਰਜ਼ੀ 2 ਪੁਆਇੰਟਸ ਲੈ ਲਓ. ਨਾਓ ਇੱਥੋਂ ਇੱਕ ਪਰਪੈਂਡੀਕੂਲਰ ਡਰਾ ਕਰ ਲਿਓ. ਨਾਓ ਦਿਸ ਇਜ਼ ਐਂਗਲ θ. ਸਲੋਪ ਕੀ ਦੱਸਦਾ ਹੈ? tan θ. ਤੇ ਸਲੋਪ ਤੋਂ ਅਸੀਂ ਕੀ ਨਿਕਾਲਦੇ ਆ? ਵੈਲੋਸਿਟੀ. ਨਾਓ ਸਲੋਪ ਦੀ ਜਿਹੜੀ ਵੈਲਿਊ ਹੈ, what is the value of slope? ਪਹਿਲਾਂ ਦੱਸੋ BC ਕਿੰਨਾ ਹੋਏਗਾ? ਨਾਓ B 18, C 14, ਤੇ ਕਿੰਨਾ ਆਇਆ ਸਾਡਾ BC? ਇਹ 18 ਹੈ, ਆ 14 ਹੈ, ਤੇ ਆ ਕਿੰਨਾ ਆਇਆ ਸਾਡੇ ਕੋਲ? that will be equal to 4. ਇਹ ਡਿਫਰੈਂਸ ਆ ਗਿਆ. what will be the AC?
क्योंकि स्लोप निकालते हैं असी परपेंडिकुलर ओवर बेस, ते परपेंडिकुलर आ गया साडा 4, ते बेस कितना होएगा, दिस इज 2, दिस इज 4, 4 विचों 2 माइनस कर दो 2, ते ए कट के साडे कोल आ गया 2। एदा मतलब 2 मीटर पर सैकंड जिहड़ी है साडी वेलोसिटी है बॉडी दी। ते उत्थे भी चेक करना लैक्चर दे विच असी 2 मीटर वेलोसिटी लैके चले सी, उदों असी जिहड़ा ग्राफ जिहड़ा आपां इहदा प्लॉट कीता सी। कहण दा मतलब जे सानू ग्राफ पता होए उस ग्राफ तो असी स्लोप निकालीए, ते स्लोप तो सानू जिहड़ा है वेलोसिटी दी जिहड़ी वैल्यू सानू वो क्लीयर हो जाएगी। नाउ इस तो बाद एक क्वेश्चन है, पहला देखना है कि क्वेश्चन दे विच ग्राफ किहदा किहदा दिता है, क्योंकि अगे भी असी ग्राफ पढ़ने वाले होर। पहला तुसी नोट करना है कि पोजीशन टाइम ग्राफ बारे गल हो रही है, फिर नोट करना है कि यह यूनीफॉर्म मोशन दा है कि नॉन यूनीफॉर्म दा है। असी सिर्फ ते सिर्फ यूनीफॉर्म मोशन बारे डिस्कस कर रहे हैं। नाउ सानू इको ही ग्राफ दे विच सानू जिहड़ा है 2 ग्राफ दे दिते फॉर 2 बॉडीज, 2 बॉडीज दे सानू जिहड़े ने वो ग्राफ दिते ने। दिस इज द पोजीशन टाइम ग्राफ फॉर बॉडी ए, नाउ दिस इज द पोजीशन टाइम ग्राफ फॉर बॉडी बी। एदा जिहड़ा एंगल है इट इज 30 डिग्री, एदा जिहड़ा एंगल है पॉजिटिव एक्स एक्सिस दे नाल यह हैगा साडे कोल 60 डिग्री। नाउ क्वेश्चन इज वेलोसिटी ऑफ VA फाइंड करो, ते वेलोसिटी ऑफ VB फाइंड करो। VA ते VB विचों विच वन इज ग्रेटर, इन्हें दसना ज्यादा केड़ी होएगी, ते नाले इन्हां दी वेलोसिटी दी आपां रेशो जिहड़ी है वो फाइंड आउट करनी है। नाउ प्लीज सब नाल पहला असी जे ग्राफ नूं देखदे हां ते सानू एक चीज चेता आ जांदी है कि गल कर रहा है वेलोसिटी बारे, ते वेलोसिटी कित्थों निकलदी है, पोजीशन टाइम ग्राफ होवे ते स्लोप तो, ते स्लोप कित्थों निकालदे हां असी tan थीटा तो, ते tan दी वैल्यू 10th क्लास तक असी पढ़ी है। एक दा एंगल 30 डिग्री है, एक दा एंगल 60 डिग्री है। पहला दसो स्लोप किहदा ज्यादा है। स्लोप हुंदी है ढलान, OB दा स्लोप ज्यादा है कि OA दा स्लोप ज्यादा है। एदा स्लोप जिहड़ा है घट है, जिन्ना एंगल घट होएगा ओदा उन्ना स्लोप घट होएगा। ते जे B इत्थे बना दिंदा होर स्लोप घट गया, ते जे B मेरा पॉइंट इहदे उपर होवे सपोज हेयर, ते लाइन बिल्कुल सीधी आ गई, एदा मतलब है कि इहदा स्लोप जिहड़ा हो गया 0। ज्यों ज्यों इस तरह जाएगा स्लोप साडा वधदा जाएगा, ज्यों ज्यों एंगल वधेगा साडा स्लोप वधदा जाएगा। एदा मतलब A दा स्लोप ज्यादा है B नालों, ते स्लोप सानू वेलोसिटी दसदा है। एदा मतलब जिहदा स्लोप ज्यादा ओदी जिहड़ी वेलोसिटी भी साडी की होएगी ज्यादा। एदा मतलब पहला आंसर क्लियर है कि VA इज ग्रेटर देन VB, velocity of A is greater than velocity of B because slope of the position time graph for A is greater than the slope of position time graph for B। जिन्ना slope ज्यादा ओनी ओदी जिहड़ी velocity भी ज्यादा। Now calculate VA, हुण असी VA निकालना है, ते VA किस तरह निकलेगा, velocity कित्थों निकलदी है tan थीटा तो, ते बोलो जे tan थीटा, थीटा कितना साडा 60 डिग्री, ते 60 डिग्री दी वैल्यू जिहड़ी है sin 60 ओवर जिहड़ा साडे कोल आ गया cos 60, ते इहदी जिहड़ी वैल्यू साडे कोल आ जांदी है √3। यह साडी आ गई वेलोसिटी ऑफ VA। नाउ व्हाट इज द वेलोसिटी ऑफ VB, इट विल बी इक्वल टू tan 30 डिग्री, ते tan 30 डिग्री दी जिहड़ी वैल्यू है इट इज इक्वल टू 1 ओवर √3 आ गई साडे कोल। नाउ ते जे असी इन्हां दोनां दी वेलोसिटी दी रेशो निकालनी है, देन हाउ टू कैलकुलेट द वेलोसिटी रेशो। VA नू
VB ਨਾਲ ਡਿਵਾਈਡ ਕਰ ਦੋ ਜਾਂ VB ਨੂੰ ਅਸੀਂ ਜਿਹੜਾ ਹੈ VA ਦੇ ਨਾਲ ਡਿਵਾਈਡ ਕਰੀਏ ਤੇ ਸਾਡੇ ਕੋਲ ਕੀ ਆਏਗਾ ਉੱਪਰ VA ਦੀ ਵੈਲਿਊ VA ਸਾਡੇ ਕੋਲ ਹੈਗਾ √3 ਨੀਚੇ ਆ ਗਿਆ ਸਾਡੇ ਕੋਲ 1/√3 ਇਹ √3 ਜਿਹੜਾ ਹੈ ਉੱਪਰ ਚਲਾ ਜਾਏਗਾ ਨਾ ਉੱਪਰ ਜਾ ਕੇ ਸਾਡੇ ਕੋਲ ਆਨਸਰ ਕਿੰਨਾ ਆ ਗਿਆ 3 therefore VA ratio VB equal to 3 ratio ਸਾਡੇ ਕੋਲ ਕਿੰਨੀ ਆ ਗਈ 1 ਆ ਗਈ। ਇਸ ਤਰ੍ਹਾਂ ਜਿਹੜਾ ਹੈ ਤੁਸੀਂ ਜਿਹੜੀ ਵੈਲਿਊ ਹੈ ਉਹ ਸਾਈਨ ਆਪਣੀ ਜਿਹੜੀ ਹੈ ਵੈਲੋਸਿਟੀ ਦੀ ਕਿਸੇ ਵੀ ਗ੍ਰਾਫ ਤੋਂ ਅਸੀਂ ਨਿਕਾਲ ਸਕਦੇ ਹਾਂ। ਕਿਹਦੀ ਵੈਲੋਸਿਟੀ ਜ਼ਿਆਦਾ ਹੈ ਕਿਹਦੀ ਵੈਲੋਸਿਟੀ ਘੱਟ ਹੈ ਉਹਦੇ ਅਕੋਰਡਿੰਗ ਜਿਹੜਾ ਹੈ ਅਸੀਂ ਚੱਲ ਸਕਦੇ ਹਾਂ। ਨਾਓ in another problem, if I plot the graph position versus time and graph for two bodies A ਦਾ ਤੇ ਆ ਗ੍ਰਾਫ ਜਿਹੜਾ ਆ ਗਿਆ ਸਾਡੇ ਕੋਲ B ਦਾ ਆ ਗਿਆ। ਇਸ ਤਰ੍ਹਾਂ ਸਾਡੇ ਕੋਲ ਦੋ ਗ੍ਰਾਫ ਸਾਨੂੰ ਦੇ ਦਿੱਤੇ। ਇਹ ਦੋਨੋਂ ਗ੍ਰਾਫ ਜਿਹੜਾ ਧਿਆਨ ਨਾਲ ਦੇਖੋ ਪੈਰਲਲ ਨੇ। ਇਹ ਦੋਨੋਂ ਗ੍ਰਾਫ ਇੱਕ ਲਾਈਨਾਂ ਜਿਹੜੀਆਂ ਇੱਕ ਦੂਸਰੇ ਦੇ ਜਿਹੜੀਆਂ ਨੇ ਬਿਲਕੁਲ ਦੇਖੋ ਪੈਰਲਲ ਨੇ। ਨਾਓ ਜੇ ਇਹ ਦੋ ਲਾਈਨਾਂ ਪੈਰਲਲਸ ਨੇ ਤੇ ਇਹਨਾਂ ਦੇ ਜਿਹੜੇ ਆਹ ਵਾਲੇ ਐਂਗਲਸ ਹੋਣਗੇ ਇਹ ਵੀ ਐਂਗਲ ਜਿਹੜੇ ਨੇ ਇਕੁਅਲ ਹੀ ਹੋਣਗੇ ਕਿਉਂਕਿ ਲਾਈਨਾਂ ਪੈਰਲਲ ਨੇ ਤੇ ਇਹ ਵਾਲੇ ਜਿਹੜੇ ਐਂਗਲਸ ਨੇ ਸਾਡੇ ਜਿਹੜੇ ਉਹ ਇਕੁਅਲ ਆਣਗੇ। ਨਾਓ ਕੁਐਸਚਨ ਹੈ ਅਸੀਂ ਵੈਲੋਸਿਟੀ VA ਤੇ VB ਵਿੱਚ ਇੱਕ ਰਿਲੇਸ਼ਨ ਦੱਸੋ। ਰਿਲੇਸ਼ਨ ਦਾ ਮਤਲਬ ਕਿਹਦੀ ਵੈਲੋਸਿਟੀ ਜ਼ਿਆਦਾ ਕਿਹਦੀ ਘੱਟ ਕਿ ਦੋਨਾਂ ਦੀ ਵੈਲੋਸਿਟੀ ਬਰਾਬਰ ਹੈ ਇਹਦੇ ਬਾਰੇ ਆਪਾਂ ਡਿਸਕਸ ਕਰਨਾ ਹੈ। ਨਾ ਵੈਲੋਸਿਟੀ ਕਿਸ ਤਰ੍ਹਾਂ ਫਾਈਂਡ ਹੁੰਦੀ ਹੈ। ਵੈਲੋਸਿਟੀ ਨੂੰ ਫਾਈਂਡ ਕਰਨ ਦਾ ਫਾਰਮੂਲਾ tan ਥੀਟਾ ਜਿਹਨੂੰ ਅਸੀਂ ਬੋਲਦੇ ਹਾਂ ਸਲੋਪ ਤੇ ਇੱਥੇ ਤੇ ਦੋਨਾਂ ਦੇ ਸਲੋਪ ਜਿਹੜੇ ਨੇ ਇਕੁਅਲ। if two lines are parallel then they have same slope ਉਹਨਾਂ ਦੇ ਸਲੋਪ ਇਕੁਅਲ ਨੇ। ਜੇ ਸਲੋਪ ਇਕੁਅਲ ਹੈ ਤੇ ਇਹਨਾਂ ਦੀ ਵੈਲੋਸਿਟੀ ਵੀ ਜਿਹੜੀ ਇਕੁਅਲ ਹੋਏਗੀ। ਇਹਦਾ ਮਤਲਬ ਦੋਨਾਂ ਦੇ ਵਿੱਚ ਜਿਹੜਾ ਰਿਲੇਸ਼ਨ ਆਏਗਾ that is VA equal to ਸਾਡੇ ਕੋਲ ਕੀ ਆਏਗਾ VB। ਦੋਨਾਂ ਦੀ ਜਿਹੜੀ ਵੈਲੋਸਿਟੀ ਜਿਹੜੀ ਹੈ ਉਹ ਕਾਂਸਟੈਂਟ ਆਪਣੀ ਇਕੁਅਲ ਆਏਗੀ ਤੁਹਾਡੀ। ਨਾਓ ਇਸ ਤੋਂ ਬਾਅਦ ਇਟ ਮੀਨਸ ਕਿ ਸਾਨੂੰ ਪੈਰਲਲ ਲਾਈਨਸ ਵੈਲੋਸਿਟੀ ਦੋਨਾਂ ਦੀ ਜਿਹੜੀ ਹੈ ਉਹ ਸੇਮ ਹੈ। if I plot the graph like this ਜੇ ਅਸੀਂ ਇਸ ਤਰ੍ਹਾਂ ਗ੍ਰਾਫ ਅਸੀਂ ਪਲਾਟ ਕਰਦੇ ਹਾਂ ਇੱਕ ਜਿਹੜਾ ਹੈ ਸਾਡੇ ਕੋਲ ਇਸ ਤਰ੍ਹਾਂ ਜਾ ਰਿਹਾ ਦੂਸਰਾ ਜਿਹੜਾ ਗ੍ਰਾਫ ਹੈ like this ਆ A ਗ੍ਰਾਫ ਆ B ਗ੍ਰਾਫ ਹੈ। now this is the position time graph for two bodies A and B। ਪਹਿਲਾਂ ਤੇ ਧਿਆਨ ਨਾਲ ਦੇਖੋ ਇਸ ਟਾਈਮ ਦੇ ਉੱਤੇ A ਦੀ ਪੋਜੀਸ਼ਨ ਕਿੰਨੀ ਹੈ A ਦੀ ਪੋਜੀਸ਼ਨ 0 ਤੇ B ਦੀ ਵੀ ਕਿੰਨੀ ਹੈ 0। ਇਹਦੇ ਵਿੱਚੋਂ ਪਹਿਲਾ ਕੌਣ ਤੁਰਿਆ ਪਹਿਲਾ ਪੋਜੀਸ਼ਨ ਕਿਹਦੀ ਚੇਂਜ ਹੋਈ ਸਾਡੇ ਕੋਲ ਜਿਉਂ-ਜਿਉਂ ਟਾਈਮ ਬਦਲਣ ਲੱਗਾ ਇਹ ਗ੍ਰਾਫ ਤਾਂ ਨੂੰ ਆਉਣਾ ਸ਼ੁਰੂ ਹੋ ਗਿਆ। ਇਹਦਾ ਮਤਲਬ ਹੱਲੇ B ਦਾ 0 ਹੈ B ਨਹੀਂ ਤੁਰਿਆ। ਇਹਦਾ ਮਤਲਬ ਹੈ ਕਿ ਪਹਿਲਾ ਮੋਸ਼ਨ ਕਿਹਦੀ ਸਟਾਰਟ ਹੋਈ A ਦੀ ਤੇ ਉਸ ਤੋਂ ਬਾਅਦ ਇਸ ਟਾਈਮ ਤੇ ਜਾ ਕੇ ਜਿਹੜਾ ਹੈ B ਮੂਵ ਕਰਨਾ ਸ਼ੁਰੂ ਕੀਤਾ। ਬਟ ਕੁਐਸਚਨ ਹੈ ਇਹਨਾਂ ਦੋਨਾਂ ਵਿੱਚੋਂ ਵੈਲੋਸਿਟੀ ਕਿਹਦੀ ਜ਼ਿਆਦਾ ਹੈ। ਵੈਲੋਸਿਟੀ ਅਸੀਂ ਚੈੱਕ ਕਰਨੀ ਹੈ ਕਿਹਦੀ ਵੈਲੋਸਿਟੀ ਜਿਹੜੀ ਹੈ ਉਹ ਜ਼ਿਆਦਾ ਹੈ। ਨਾਓ ਵੈਲੋਸਿਟੀ ਚੈੱਕ ਕਰਨ ਵਾਸਤੇ ਸਾਡੇ ਕੋਲ ਆ ਸਾਡੇ ਜਿਹੜੇ ਐਂਗਲ ਨੇ। ਨਾਓ ਆ ਐਂਗਲ ਮੰਨ ਲਓ θ1 ਹੈ ਆ ਐਂਗਲ θ2 ਹੈ। ਕਿਹੜਾ ਐਂਗਲ ਜ਼ਿਆਦਾ ਹੈ ਵੈਲੋਸਿਟੀ ਦਾ ਜਿਹੜਾ ਫਾਰਮੂਲਾ ਹੈ ਸਾਨੂੰ ਕਿੱਥੋਂ ਪਤਾ ਲੱਗਦਾ ਹੈ ਸਲੋਪ ਤੋਂ ਤੇ ਸਲੋਪ ਕਿਹਦਾ ਜ਼ਿਆਦਾ ਹੈ this angle greater the angle greater will be the slope। ਇਸ ਤਰ੍ਹਾਂ ਦੇਖੋ ਇਹ ਉੱਪਰ ਨੂੰ ਹੋ ਗਿਆ ਇਹਦਾ ਮਤਲਬ ਕਿਹਦਾ ਸਲੋਪ ਜ਼ਿਆਦਾ ਹੈ ਇੱਥੇ ਲਿਖਾਂਗੇ ਅਸੀਂ ਸਲੋਪ of B is greater than ਕਿਹਦੇ ਨਾਲੋਂ ਜ਼ਿਆਦਾ ਹੈ ਸਲੋਪ of A। ਜੇ B ਦਾ ਸਲੋਪ A ਨਾਲੋਂ ਜ਼ਿਆਦਾ ਹੈ therefore velocity of B will be ਸਾਡੇ ਕੋਲ ਜਿਹੜੀ ਹੈ ਉਹ greater ਆਏਗੀ
देन ए। ਇਹਦਾ मतलब ਜਿਹੜਾ ਹੈ B ਜਿਹੜਾ ਹੈ ਫਾਸਟ ਮੂਵ ਕੀਤਾ ਕਿਉਂਕਿ ਉਹਦਾ ਸਲੋਪ ਜ਼ਿਆਦਾ ਹੈ। ਨਾਓ ਨੋਟ ਕਰੋ, ਇਹ ਪਹਿਲਾਂ ਤੁਰਿਆ, ਕੌਣ ਪਹਿਲਾਂ ਤੁਰਿਆ? A। ਇਹ ਇਸ ਟਾਈਮ ਤੇ ਤੁਰ ਪਿਆ, ਦੀ ਪੋਜੀਸ਼ਨ ਆਣੀ ਸ਼ੁਰੂ ਹੋ ਗਈ। B ਜਿਹੜਾ ਹੈ ਲੇਟ ਤੁਰਿਆ, ਬਟ ਦੋਨੋਂ ਦੇਖੋ ਜਾ ਕੇ ਇਸ ਜਗ੍ਹਾ ਦੇ ਉੱਤੇ ਜਾ ਕੇ ਕ੍ਰਾਸ ਹੋ ਰਿਹਾ ਗ੍ਰਾਫ। ਇੱਕ ਜਗ੍ਹਾ ਤੇ ਕ੍ਰਾਸ ਹੋਣ ਦਾ ਮਤਲਬ ਹੈ ਇਹਨਾਂ ਦੀ ਜਿਹੜੀ ਪੋਜੀਸ਼ਨ ਹੈ ਦੋਨਾਂ ਦੀ ਸੇਮ ਹੈ, ਦੋਨਾਂ ਦੀ ਪੋਜੀਸ਼ਨ ਸੇਮ। ਇਹਦਾ ਮਤਲਬ ਇੱਕ ਭਾਵੇਂ ਛੇਤੀ ਤੁਰ ਗਿਆ, ਦੂਜਾ ਥੋੜੇ ਟਾਈਮ ਬਾਅਦ ਤੁਰਿਆ, ਪਰ ਦੋਨੋਂ ਰਸਤੇ ਵਿੱਚ ਜਿਹੜੇ ਨੇ ਮੀਟ ਕਰ ਗਏ ਨੇ। ਜਿੱਥੇ ਦੋ ਗ੍ਰਾਫ ਕੱਟ ਕਰ ਜਾਂਦੇ ਉਹਦਾ ਮਤਲਬ ਹੈ ਕਿ ਦੋਨੋਂ ਜਿਹੜੀਆਂ ਬਾਡੀਜ਼ ਨੇ ਰਸਤੇ ਵਿੱਚ ਮੀਟ ਕੀਤੀਆਂ ਨੇ, ਐਂਡ ਆਹ ਵਾਲੀ ਪੋਜੀਸ਼ਨ ਤੇ ਜਾ ਕੇ ਦੋਨੋਂ ਬਾਡੀ ਦੀ ਜਿਹੜੀ ਹੈ ਪੋਜੀਸ਼ਨ ਤੁਹਾਡੀ ਜਿਹੜੀ ਹੈ ਉਹ ਸੇਮ ਆਏਗੀ। ਕੁਐਸਚਨ ਆ ਵੀ ਪੁੱਛਿਆ ਜਾ ਸਕਦਾ ਹੈ ਕਿਹੜਾ ਪੁਆਇੰਟ ਹੈ ਗ੍ਰਾਫ ਵਿੱਚੋਂ ਜਿੱਥੇ ਦੋਨੋਂ ਬਾਡੀਜ਼ ਆਪਸ ਵਿੱਚ ਮੀਟ ਕੀਤੀਆਂ। ਉਹ ਵਾਲਾ ਸਾਡਾ ਜਿਹੜਾ ਪੁਆਇੰਟ ਹੈ ਉਹ ਜਿੱਥੇ ਦੋ ਗ੍ਰਾਫ ਸਾਡੇ ਜਿਹੜੇ ਕ੍ਰਾਸ ਕਰ ਗਏ, ਉਹ ਪੁਆਇੰਟ ਦੇ ਉੱਤੇ ਦੋਨੋਂ ਬਾਡੀਜ਼ ਜਿਹੜੀਆਂ ਨੇ ਆਪਸ ਵਿੱਚ ਜਿਹੜੀਆਂ ਉਹ ਮੀਟ ਕਰਦੀਆਂ ਨੇ। ਨਾਓ ਆਈ ਥਿੰਕ ਕਿ ਤੁਹਾਨੂੰ ਜਿਹੜਾ ਹੈ ਅੱਜ ਦੇ ਲੈਕਚਰ ਦੇ ਵਿੱਚ ਅਸੀਂ ਜੋ ਪੜਿਆ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਨਾਓ ਇਹਦੇ ਰਿਲੇਟਿਡਸ ਜਿਹੜੀਆਂ ਨੇ ਕੁਝ ਹੋਰ ਪ੍ਰੋਬਲਮਸ ਜਿਹੜੀਆਂ ਨੇ ਮੈਂ ਜਿਹੜਾ ਲੈਕਚਰ 3 ਔਨ ਇੰਪੋਰਟੈਂਸ ਆਫ ਪੋਜੀਸ਼ਨ ਟਾਈਮ ਗ੍ਰਾਫ ਫॉर ਯੂਨੀਫਾਰਮ ਮੋਸ਼ਨ ਉਹਦੇ ਵਿੱਚ ਜਿਹੜਾ ਹੈ ਮੈਂ ਡਿਸਕਸ ਕਰੂੰਗਾ, ਕਿਉਂਕਿ ਇਹ ਜਿਹੜਾ ਪਾਰਟ ਹੈ ਇੰਨਾ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਸਾਰੇ ਕੁਐਸਚਨ ਜਿਹੜੇ ਕਨਸੈਪਚੁਅਲਸ ਤੁਹਾਨੂੰ ਆਪਣੇ ਆਪ ਹੀ ਕਲੀਅਰ ਹੋ ਜਾਣਗੇ ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਜਿਹੜੀਆਂ ਨੇ ਹੱਲ ਕਰੋਗੇ। ਥੈਂਕ ਯੂ।